Good morning, my dear students. In my previous video, we have discussed about HTML and different types of tag. And today we are going to start our next left tag. First, background and text color tag. ठीक है कि ਅਸੀਂ ਬੈਕਗਰਾਉਂਡ ਕਿਵੇਂ ਚੇਂਜ ਕਰ ਸਕਦੇ ਹਾਂ HTML ਜਦੋਂ ਅਸੀਂ ਵੈਬ ਪੇਜ ਕ੍ਰੀਏਟ ਕਰਦੇ ਹਾਂ ਔਰ ਟੈਕਸਟ ਕਲਰ ਜਿਹੜਾ ਹੈਗਾ ਵਾ ਉਹ ਕਿਵੇਂ ਯੂਜ਼ ਕਰਦੇ ਹੈਗੇ ਆ ਠੀਕ ਹੈ और द एट्रीब्यूट बैकग्राउंड इज यूज फॉर चेंजिंग द बैकग्राउंड कलर ऑफ द पेज ठीक है कि ਹੈਗਾ ਹੈ ਕਿ ਇਹ ਅਸੀਂ ਇੱਕ ਐਟਰੀਬਿਊਟ ਯੂਜ਼ ਕਰਦੇ ਅੱਗੇ ਕਿ ਬੈਕਗਰਾਉਂਡ ਅਸੀਂ ਬੈਕਗਰਾਉਂਡ ਜਿਹੜੀ ਹੈਗੀ ਆ ਉਹਨੂੰ ਕਿਵੇਂ ਚੇਂਜ ਕਰ ਸਕਦੇ ਹਾਂ ਉਹਦੇ ਲਈ ਅਸੀਂ ਕਿਵੇਂ ਟੈਗ ਜਿਹੜਾ ਉਹ ਕਿਹੜੇ ਟੈਗ ਜਿਹੜੇ ਯੂਜ਼ ਕਰ ਸਕਦੇ ਹੈਗੇ ਠੀਕ ਹੈ ਹੁਣ ਦੇਖੋ ਸਾਡੇ ਕੋਲ ਜਿਵੇਂ ਕੋਡਿੰਗ ਹੈਗੀ ਆ ਸਾਡੇ ਕੋਲ ਹੈਗਾ ਬੋਡੀ ਬਿਜ਼ੀ ਕਲਰ ਗ੍ਰੀਨ ਕਿ ਜੋ ਸਾਡੀ ਬੈਕਗਰਾਉਂਡ ਹੈਗੀ ਵੈਬ ਪੇਜ ਦੀ ਉਹਦਾ ਕਲਰ ਕਿਹੜਾ ਹੋਣਾ ਚਾਹੀਦਾ ਹੈਗਾ ਗ੍ਰੀਨ ਕਲਰ ਠੀਕ ਹੈ ਔਰ ਜੋ ਅਸੀਂ ਉੱਪਰ ਟੈਕਸਟ ਰਾਈਟ ਕਰਦੇ ਹੈਗੇ ਆ ਠੀਕ ਹੈ ਉਹਦਾ ਟੈਕਸਟ ਦਾ ਕਲਰ ਅਸੀਂ ਚੇਂਜ ਕਰਨਾ ਚਾਹੁੰਦੇ ਹਾਂ ਅਤੇ ਉਹਦੀ ਅਸੀਂ ਕੋਡਿੰਗ ਕਿਵੇਂ ਕਰਾਂਗੇ ਬੋਡੀ ਟੈਕਸਟ ਇਕੁਅਲ ਟੂ ਕੋਮਾਸ ਦੇ ਵਿੱਚ ਕੀ ਲਿਖਾਂਗੇ ਵਾਈਟ ਮਤਲਬ ਜਿਹੜਾ ਵੀ ਸਾਨੂੰ ਕਲਰ ਉੱਪਰ ਚਾਹੀਦਾ ਹੈਗਾ ਉਹੀ ਅਸੀਂ ਕਲਰ ਦਾ ਨੇਮ ਦੇਵਾਂਗੇ ਠੀਕ ਹੈ ਹੁਣ ਇੱਕੋ ਜਿਵੇਂ ਸਾਡੇ ਕੋਲ ਇਹਦਾ ਰਿਜ਼ਲਟ ਮਿਲਦਾ ਪਿਆ ਹੈਗਾ ਕੀ ਆਉਂਦਾ ਪਿਆ ਬੈਕਗਰਾਉਂਡ ਕਲਰ ਕਿਹੜੀ ਹੈਗੀ ਆ ਗ੍ਰੀਨ ਠੀਕ ਹੈ ਔਰ ਜੋ ਅਸੀਂ ਟੈਕਸਟ ਰਾਈਟ ਕੀਤਾ ਹੈਗਾ ਉਹ ਕਿਹੜਾ ਕਲਰ ਆਉਂਦਾ ਪਿਆ ਵਾਈਟ ਕਲਰ ਜਿਹੜਾ ਵੀ ਤੁਸੀਂ ਟੈਕਸਟ ਜਿਹੜਾ ਦਿੰਦੇ ਜੀ ਉਹਦੇ ਅਕੋਰਡਿੰਗ ਜਿਹੜਾ ਕਲਰ ਚੇਂਜ ਹੁੰਦਾ ਪਿਆ ਹੈਗਾ ਠੀਕ ਹੈ ਔਰ ਟੈਕਸਟ ਅਲਾਈਨਮੈਂਟ ਟੈਗ ਹੁਣ ਦੇਖੋ 3 ਸਾਡੇ ਕੋਲ 3 ਅਲਾਈਨਮੈਂਟ ਟੈਕਸਟ ਹੈਗੇ ਆ ਕਿਹੜੇ ਹੈਗੇ ਆ ਲੈਫਟ ਠੀਕ ਕਿਹੜੇ ਹੈਗੇ ਲੈਫਟ ਰਾਈਟ ਔਰ ਸੈਂਟਰ ਠੀਕ ਹੈ ਹੁਣ ਦੇਖੋ ਲੈਫਟ ਅਲਾਈਨਮੈਂਟ ਮਤਲਬ ਕਿ ਤੁਸੀਂ ਜੋ ਵੀ ਟੈਕਸਟ ਰਾਈਟ ਕਰਦੇ ਜੇਕਰ ਤੁਸੀਂ ਉਹਨੂੰ ਲੈਫਟ 'ਤੇ ਡਿਸਪਲੇ ਕਰਵਾਉਣਾ ਚਾਹੁੰਦੇ ਜੇ ਅਤੇ ਉਹਦੀ ਕੋਡਿੰਗ ਅਸੀਂ ਕਿਵੇਂ ਕਰਾਂਗੇ ਅਲਾਈਨ ਇਕੁਅਲ ਟੂ ਲੈਫਟ ਠੀਕ ਹੈ ਅਤੇ ਉਹ ਕਿਵੇਂ ਪ੍ਰਿੰਟ ਹੋਇਆ ਲੈਫਟ 'ਤੇ ਪ੍ਰਿੰਟ ਹੋਏਗਾ ਠੀਕ ਹੈ ਔਰ ਜੇਕਰ ਅਸੀਂ ਅਲਾਈਨ ਇਕੁਅਲ ਟੂ ਰਾਈਟ ਦਿੰਦੇ ਹੈਗੇ ਤਾਂ ਕਿੱਥੇ ਪ੍ਰਿੰਟ ਹੋਏਗਾ ਰਾਈਟ 'ਤੇ ਪ੍ਰਿੰਟ ਹੋਏਗਾ ਠੀਕ ਹੈ ਜੇਕਰ ਤੁਸੀਂ ਲਾਈਨ ਇਕੁਅਲ ਟੂ ਸੈਂਟਰ ਦਿੰਦੇ ਜੇ ਤਾਂ ਕਿੱਥੇ ਪ੍ਰਿੰਟ ਹੋਏਗਾ ਸੈਂਟਰ ਦੇ ਵਿੱਚ ਪ੍ਰਿੰਟ ਹੋਏਗਾ ਠੀਕ ਹੈ ਸਾਡੇ ਕੋਲ 3 ਅਲਾਈਨਮੈਂਟਸ ਹੈਗੀਆਂ ਲੈਫਟ ਰਾਈਟ ਔਰ ਸੈਂਟਰ ਠੀਕ ਹੈ ਜਿਵੇਂ ਤੁਸੀਂ ਅਲਾਈਨਮੈਂਟ ਦੇਓਗੇ ਉਹਦੇ ਅਕੋਰਡਿੰਗ ਤੁਹਾਡਾ ਟੈਕਸਟ ਜਿਹੜਾ ਵੈਬ ਪੇਜ ਦੇ ਉੱਪਰ ਡਿਸਪਲੇ ਹੋਏਗਾ ਠੀਕ ਹੈ ਨੈਕਸਟ ਸਾਡੇ ਕੋਲ ਹੈਗੇ ਹਾਈਪਰ ਲਿੰਕ ਟੈਗ ਹੁਣ ਦੇਖੋ ਹਾਈਪਰ ਲਿੰਕ ਟੈਗ ਕਿਹੜੇ ਟੈਗ ਹੈਗੇ ਆ it is reference an address to a resource on the web hyperlink can point to any resource on the web html page on image sound or file movie extra ਹੁਣ ਦੇਖੋ ਹਾਈਪਰ ਲਿੰਕ ਹੁੰਦੇ ਜਦੋਂ ਅਸੀਂ ਇੱਕ ਪੇਜ ਦਾ ਦੂਜੇ ਪੇਜ ਨਾਲ ਲਿੰਕ ਕਰਦੇ ਹੈਗੇ ਆ ਦੇਖੋ ਤੁਸੀਂ ਜਾਂ ਵੇਖਦੇ ਜੇ ਕਿ ਤੁਸੀਂ ਕੋਈ ਵੀ ਵੈਬ ਪੇਜ ਓਪਨ ਕਰਦੇ ਜੇ ਕੋਈ ਵੈਬਸਾਈਟ ਓਪਨ ਕਰਦੇ ਜੇ ਤੁਸੀਂ ਦੈਨ ਉਹਦੇ ਵਿੱਚ ਹੁੰਦੇ ਆ ਕਿ ਤੁਸੀਂ ਕਲਿੱਕ ਕਰਦੇ ਨੈਕਸਟ ਪੇਜ ਓਪਨ ਹੋ ਜਾਂਦਾ ਦੈਨ ਤੁਸੀਂ ਨੈਕਸਟ ਲਿੰਕ ਓਪਨ ਕਰਦੇ ਨੈਕਸਟ ਪੇਜ ਓਪਨ ਹੋ ਜਾਂਦਾ ਠੀਕ ਹੈ ਜੋ ਇਹ ਲਿੰਕਿੰਗ ਹੁੰਦੀ ਹੈ ਉਹ ਕਿਹਦੇ ਥਰੂ ਹੁੰਦੀ ਹੈਗੀ ਆ ਇੱਕ ਟੈਗ ਯੂਜ਼ ਕਰਦੇ ਸੀ ਕਿਹੜਾ ਟੈਗ ਯੂਜ਼ ਕਰਦੇ ਕਿ ਹਾਈਪਰ ਲਿੰਕ ਠੀਕ ਹੈ ਇੱਕ ਇਮੇਜ ਦਾ ਸਾਊਂਡ ਦੇ ਨਾਲ ਲਿੰਕ ਜਾਂ ਇੱਕ ਸਾਊਂਡ ਦੇ ਵਿੱਚ ਮੂਵੀ ਦਾ ਫਾਈਲ ਦੇ ਡਿਫਰੈਂਟ ਜੇ ਅਸੀਂ ਲਿੰਕ ਜਿਹੜੇ ਬਣਾਉਣੇ ਹੈਗੇ ਆ ਉਹਨੂੰ ਬੋਲਦੇ ਹੈਗੇ ਹਾਈਪਰ ਲਿੰਕ ਠੀਕ ਹੈ ਹੁਣ ਜੋ ਹਾਈਪਰ ਲਿੰਕ ਹੈਗਾ ਉਹਦੇ 'ਚ ਅਸੀਂ ਕਿ ਐਲੀਮੈਂਟ ਯੂਜ਼ ਕਰਦੇ ਹੈਗੇ ਉਹਨੂੰ ਕਿਹੜਾ ਐਲੀਮੈਂਟ ਕਹਦੇ ਹੈਗੇ ਆ ਏ ਐਂਕਰ ਐਲੀਮੈਂਟ ਠੀਕ ਹੈ ਐਂਕਰ ਟੈਗ ਠੀਕ ਹੈ ਹੁਣ ਦੇਖੋ ਜਦੋਂ ਵੀ ਅਸੀਂ ਇਹਦੀ ਲਿੰਕਿੰਗ ਕਰਦੇ ਹੈਗੇ ਸਾਡੀ ਕੋਡਿੰਗ ਏ ਵਾਲੀ ਹੈਗੀ ਆ ਠੀਕ ਹੈ ਐਂਕਰ ਹਰਫ HREF ਹਰਫ ਇਕੁਅਲ ਟੂ URL ਦੇਣਾ ਹੈਗਾ ਜੋ ਵੀ ਸਾਡੀ ਵੈਬਸਾਈਟ ਦਾ URL ਯੂਨੀਫਾਰਮ ਰਿਸੋਰਸ ਲੋਕੇਟਰ ਜੋ ਵੀ ਉਹਦਾ ਐਡਰੈਸ ਹੋਏਗਾ ਇੱਥੇ ਦੇਣਾ ਹੁੰਦਾ ਉਹਦੇ ਅਕੋਰਡਿੰਗ ਸਾਡਾ ਲਿੰਕ ਪੇਜ ਜਿਹੜਾ ਹੈਗਾ ਨੈਕਸਟ ਪੇਜ ਦੇ ਨਾਲ ਉਹ ਲਿੰਕ ਹੋ ਜਾਂਦਾ ਹੈਗਾ ਠੀਕ ਹੈ ਤੁਸੀਂ ਜਿਹੜੀ ਹੈ ਵੈਬਸਾਈਟ ਦੀਆਂ ਲਿੰਕਿੰਗ ਕਰਦੇ ਜੇ ਲਿੰਕ ਓਪਨ ਕਰਦੇ ਜੇ 1 ਬਾਏ 1 ਲਿੰਕ ਓਪਨ ਕਰਦੇ ਜੇ ਉਹ ਸਾਰੇ ਜਿਹੜੇ ਹੈਗੇ ਕਿਹਦੇ ਥਰੂ ਪੋਸੀਬਲ ਹੈਗੇ ਆ ਹਾਈਪਰ ਲਿੰਕ ਟੈਗ ਦੇ ਥਰੂ ਠੀਕ ਹੈ ਹੁਣ ਦੇਖੋ ਜਿਵੇਂ ਜੋ ਵੀ ਸਾਡਾ ਲਿੰਕ ਹੁੰਦਾ ਉਹਦੇ ਕੀ ਹੁੰਦਾ ਨੀਚੇ ਇਸ ਤਰ੍ਹਾਂ ਇੱਕ ਲਾਈਨ ਲੱਗੀ ਹੁੰਦੀ ਹੈ ਤੁਹਾਨੂੰ ਪਤਾ ਹੋਣਾ ਠੀਕ ਹੈ ਹੁਣ ਕੀ ਹੁੰਦਾ ਇਹ ਹਮੇਸ਼ਾ ਐਕਟਿਵਲੀ ਹੁੰਦਾ ਹੈ ਠੀਕ ਹੈ ਤੁਸੀਂ ਜਦੋਂ ਇਹਦੇ ਉੱਪਰ ਕਲਿੱਕ ਕਰਦੇ ਜੇ ਇਹ ਪੇਜ ਓਪਨ ਹੁੰਦਾ ਠੀਕ ਹੈ ਹੁਣ ਇਹਦੇ ਵਿੱਚ ਇੱਕ ਹੋਰ ਲਿੰਕ ਜਿਵੇਂ ਕ੍ਰੀਏਟ ਹੈ ਇਹਦੇ ਉੱਪਰ ਓਪਨ ਕਰਦੇ ਨੈਕਸਟ ਪੇਜ ਓਪਨ ਹੁੰਦਾ ਠੀਕ ਹੈ ਇਹ ਸਾਰੇ ਕਿਹਦੇ ਥਰੂ ਪੋਸੀਬਲ ਹੈਗੇ ਕਿਹੜੀ ਲਿੰਕਿੰਗ ਦੇ ਹਾਈਪਰ ਲਿੰਕ ਕੋਡਿੰਗ ਦੇ ਥਰੂ ਠੀਕ ਹੈ ਔਰ ਇਮੇਜ ਟੈਗ ਹੁਣ ਦੇਖੋ ਜਦੋਂ ਤੁਸੀਂ ਕੋਈ ਵੈਬ ਪੇਜ ਦੇ ਉੱਪਰ ਇਮੇਜ ਡਿਸਪਲੇ ਕਰਵਾਉਂਦੇ ਜੇ ਤੁਸੀਂ ਦੇਖਦੇ ਜੇ ਡਿਫਰੈਂਟ ਵੈਬ ਪੇਜ ਉਹਨਾਂ ਦੇ ਉੱਪਰ ਇਮੇਜ ਲੱਗੀਆਂ ਹੁੰਦੀਆਂ ਠੀਕ ਹੈ ਔਰ ਜੋ ਇਮੇਜ ਜਿਹੜੀਆਂ ਹੈਗੀਆਂ ਉਹਦੇ ਲਈ ਅਸੀਂ ਐਟਰੀਬਿਊਟ ਕਰਨ ਲਈ ਯੂਜ਼ ਕਰਨ ਲਈ ਅਸੀਂ ਇੱਕ ਸੋਰਸ ਐਟਰੀਬਿਊਟ ਯੂਜ਼ ਕਰਦੇ ਹੈਗੇ SRC ਐਟਰੀਬਿਊਟ ਨੂੰ ਬੋਲਦੇ ਹੈਗੇ ਠੀਕ ਹੈ SRC ਐਟਰੀਬਿਊਟ ਠੀਕ ਹੈ ਔਰ SRC ਸਟੈਂਡ ਫॉर source ਠੀਕ ਹੈ the value of the source attribute in the URL on the image you want to display on your page ਠੀਕ ਹੈ ਔਰ ਇਹ ਵਾਲੇ ਸੋਰਸ ਦੇ ਥਰੂ ਤੁਸੀਂ ਜਿਸ ਤਰ੍ਹਾਂ ਦੀ ਵੀ ਇਮੇਜ ਆਪਣੇ ਵੈਬ ਪੇਜ ਤੇ ਡਿਸਪਲੇ ਕਰਵਾਉਣੀ ਚਾਹੁੰਦੇ ਜੇ ਤੁਸੀਂ ਕਰਵਾ ਸਕਦੇ ਜੀ ਠੀਕ ਹੈ ਇਟ ਇਜ਼ ਅ ਐਮਪਟੀ ਟੈਗ ਹੁਣ ਦੇਖੋ ਐਮਪਟੀ ਟੈਗ ਕਿਹੜੇ ਟੈਗ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਓਨਲੀ ਸਟਾਰਟ ਕਰਦੇ ਉਹਨਾਂ ਨੂੰ ਅਸੀਂ ਐਂਡ ਨਹੀਂ ਕਰਦੇ ਜਿਨ੍ਹਾਂ ਨੂੰ ਜਸਟ ਇਹ ਕੀ ਹੈਗਾ ਇੱਕ ਸਟਾਰਟ ਹੋਇਆ ਠੀਕ ਹੈ ਇਹਨੂੰ ਅਸੀਂ ਸਲੈਸ਼ ਲਗਾ ਕੇ ਐਂਡ ਨਹੀਂ ਕਰਦੇ ਠੀਕ ਹੈ ਇਸ ਕਰਕੇ ਕਿਹੜਾ ਟੈਗ ਹੈਗਾ ਐਮਪਟੀ ਟੈਗ ਠੀਕ ਹੈ ਔਰ ਇਮੇਜ ਸੋਰਸ ਤੁਸੀਂ ਇੱਥੇ ਕੀ ਕਰਨਾ ਹੈਗਾ ਇਹਦੀ ਕੋਡਿੰਗ ਕਿਵੇਂ ਕਰਨੀ ਇਮੇਜ ਸੋਰਸ ਇਕੁਅਲ ਟੂ ਪਿਕਚਰ
ਹੁਣ ਦੇਖੋ ਇੱਥੇ ਅਸੀਂ ਕੀ ਕਰਨਾ ਹੈਗਾ, ਜੋ ਵੀ ਸਾਡੀ ਪਿਕਚਰ ਹੈਗੀ ਉਹਦਾ ਸੋਰਸ ਕਾਪੀ ਕਰਨਾ ਔਰ ਇੱਥੇ ਪੇਸਟ ਕਰਨਾ ਹੈਗਾ, ਠੀਕ ਹੈ। .gif jpeg ਜਿਹਦੇ ਨਾਲ ਵੀ ਰਿਲੇਟਡ ਸਾਡੀ ਇਮੇਜ ਹੈਗੀ ਉਹਦਾ ਸੋਰਸ ਐਕਸਟੈਂਸ਼ਨ ਜਿਹੜੀ ਉਹ ਇੱਥੇ ਰਾਈਟ ਕਰ ਦੇਣੀ ਗਿਆ। ਹੁਣ ਦੇਖੋ ਜੋ ਪਿਕਚਰ ਹੈਗੀ ਆ ਉਹਦੀ ਹਾਈਟ ਕਿੰਨੀ ਹੋਣੀ ਚਾਹੀਦੀ ਆ, ਠੀਕ ਹੈ, ਕਿੰਨੀ ਹਾਈਟ ਦੇ ਵਿੱਚ ਪ੍ਰਿੰਟ ਹੋਣੀ ਚਾਹੀਦੀ, ਪੂਰੀ ਸਕਰੀਨ 'ਤੇ ਹੋਣੀ ਚਾਹੀਦੀ ਆ, ਲੈਫਟ ਤੇ ਛੋਟੇ ਪਾਰਟ ਵਿੱਚ ਡਿਸਪਲੇ ਹੋਣੀ ਚਾਹੀਦੀ, ਉਨੀ ਅਸੀਂ ਉਹਦੀ ਹਾਈਟ ਵਗੈਰਾ ਦੇ ਦੇਣੀ, ਉਨੀ ਅਸੀਂ ਉਹਦੀ ਚੌੜਾਈ ਦੇ ਦੇਣੀ, ਵਿਡਥ ਦੇ ਦੇਣੀ ਹੈਗੀ ਹੈ, ਠੀਕ ਹੈ। ਔਰ ਉਹਦੇ ਅਕੋਰਡਿੰਗ ਸਾਡੀ ਇਮੇਜ ਜਿਹੜੀ ਉਹ ਡਿਸਪਲੇ ਹੋ ਜਾਏਗੀ, ਠੀਕ ਹੈ। ਔਰ ਇਮੇਜ ਐਟਰੀਬਿਊਟ ਕਿਹੜੇ ਹੈਗੇ, IMG ਟੈਗ ਅਸੀਂ ਯੂਜ਼ ਕਰਦੇ ਹੈਗੇ, ਠੀਕ ਹੈ। ਡਿਫਾਈਨ ਐਨ ਇਮੇਜ ਐਂਡ SRC ਕੀ ਇਹਦਾ ਕੀ ਮਤਲਬ ਹੈਗਾ, ਸਟੈਂਡ ਫॉर ਸੋਰਸ, ਠੀਕ ਹੈ। ALT ਮਤਲਬ ਅਲਟਰਨੇਟ ਟੈਕਸਟ ਆਫ ਇਮੇਜ, ਠੀਕ ਹੈ। ਤੁਸੀਂ ਇਮੇਜ ਦੇ ਨਾਲ ਕੋਈ ਇੱਕ ਟੈਕਸਟ ਵੀ ਡਿਸਪਲੇ ਕਰਨਾ ਚਾਹੁੰਦੇ, ALT। ਐਂਡ ਵਿਡਥ ਕੀ ਹੈਗਾ, ਡਿਫਾਈਨ ਦਾ ਹਾਈਟ ਆਫ ਦਾ ਇਮੇਜ, ਠੀਕ ਹੈ। ਔਰ ਜੋ ਵਿਡਥ ਹੈਗਾ, ਡਿਫਾਈਨ ਦਾ ਵਿਡਥ ਆਫ ਦਾ ਇਮੇਜ ਨੂੰ ਕਿੰਨੀ ਚੌੜਾਈ ਦੇ ਵਿੱਚ ਕਿੰਨੀ ਲੰਬਾਈ ਦੇ ਵਿੱਚ ਤੁਸੀਂ ਡਿਸਪਲੇ ਕਰਵਾਉਣਾ ਚਾਹੁੰਦੇ ਸੀ, ਇਮੇਜ ਦੇ ਉੱਪਰ ਬਾਰਡਰ ਵਗੈਰਾ, ਠੀਕ ਹੈ। ਐਂਡ ਹੌਰੀਜ਼ੈਂਟਲ ਸਪੇਸ, ਵਰਟੀਕਲ ਸਪੇਸ, ਤੁਸੀਂ ਅਲਾਈਨਮੈਂਟ ਇਮੇਜ ਦੀ ਦੇਣੀ ਚਾਹੁੰਦੇ ਕਿ ਇਮੇਜ ਨੂੰ ਲੈਫਟ 'ਤੇ ਪ੍ਰਿੰਟ ਕਰਵਾਉਣਾ, ਸੈਂਟਰ 'ਚ ਪ੍ਰਿੰਟ ਕਰਵਾਉਣਾ, ਰਾਈਟ 'ਚ ਪ੍ਰਿੰਟ ਕਰਵਾਉਣਾ, ਠੀਕ ਹੈ। ਔਰ ਬੈਕਗਰਾਊਂਡ ਪੇਜ, ਠੀਕ ਹੈ। ਸਾਰੀਆਂ ਤੁਸੀਂ ਜਿਹੜੇ ਹੈਗਾ ਇਹ ਵਾਲੇ ਟੈਗ ਜਿਹੜੇ ਯੂਜ਼ ਕਰਕੇ ਕਿ ਇਮੇਜ ਜਿਹੜੀ ਉਹਨੂੰ ਪ੍ਰੋਪਰਲੀ ਡਿਸਪਲੇ ਕਰਵਾ ਸਕਦੇ ਜੀ, ਠੀਕ ਹੈ। ਕੋਡ ਆਫ ਰਿਜ਼ਲਟ ਟੂ ਦਾ ਇਮੇਜ, ਠੀਕ ਹੈ। ਹੁਣ ਦੇਖੋ ਜਿਵੇਂ ਕੋਡਿੰਗ ਹੋਈ ਹੈਗੀ ਹੈ, ਠੀਕ ਹੈ। ਪਹਿਲਾਂ ਕਿ ਇਮੇਜ ਦਾ ਇੱਕ ਅਸੀਂ ਸੋਰਸ ਲਗਾ ਲਿਆ, ਫਿਰ ਦੈਨ ਅਸੀਂ ਕੀ ਕੀਤਾ, ਅਲਾਈਨ ਲੈਫਟ, ਵਿਡਥ ਕਿੰਨੀ ਚਾਹੀਦੀ 48, ਹਾਈਟ ਵੀ 48 ਹੋਣੀ ਚਾਹੀਦੀ ਹੈਗੀ। ਇਮੇਜ ਦਾ ਸੋਰਸ ਲਗਾਇਆ, ਠੀਕ ਹੈ। ਦੈਨ ਸੈਕਿੰਡ ਇਮੇਜ ਲਗਾਈ, ਫਿਰ ਉਹਦੀ ਅਲਾਈਨ ਦੇਤੀ, ਰਾਈਟ 'ਤੇ ਪ੍ਰਿੰਟ ਹੋਏ ਐਂਡ 48 ਉਹਦੀ ਵਿਡਥ ਹੋਏ, ਹਾਈਟ ਕਿੰਨੀ ਹੋਏ 48 ਹੋਏ, ਠੀਕ ਹੈ। ਦੈਨ ਫਿਰ ਐਂਡ ਬੋਡੀ HTML, ਠੀਕ ਹੈ। ਮੈਂ ਅਸੀਂ ਕੋਡਿੰਗ ਕਰਦੇ ਗਏ ਅਤੇ ਵੇਖੋ ਆਹ ਸਾਈਡ 'ਤੇ ਜਿਵੇਂ ਆ ਇਮੇਜ ਦੇ ਉਹਨਾਂ ਨੇ ਆਈਕਨਸ ਦੇ ਦਿੱਤੇ ਗਏ, ਇਮੇਜ ਡਿਸਪਲੇ ਹੁੰਦੀਆਂ ਪਈਆਂ। ਪਹਿਲਾਂ ਇਮੇਜ ਕਿ ਉਹਨੇ ਕਿੱਥੇ ਕਿਹਾ, ਕਿੱਥੇ ਪ੍ਰਿੰਟ ਹੋਣੀ ਚਾਹੀਦੀ ਹੈਗੀ ਆ, ਔਰ ਉਹਦੇ ਲੈਫਟ ਸਾਈਡ 'ਤੇ ਪ੍ਰਿੰਟ ਹੋਣੀ ਚਾਹੀਦੀ ਹੈਗੀ ਆ, ਸਕਰੀਨ ਦੇ ਲੈਫਟ ਸਾਈਡ 'ਤੇ ਪ੍ਰਿੰਟ ਹੋਏਗੀ, ਠੀਕ ਹੈ। ਸੈਕਿੰਡ ਉਹਨਾਂ ਨੇ ਕਿਹਾ ਇਮੇਜ ਕਿੱਥੇ ਹੋਣੀ ਚਾਹੀਦੀ, ਰਾਈਟ ਸਾਈਡ 'ਤੇ ਪ੍ਰਿੰਟ ਹੋਣੀ ਚਾਹੀਦੀ, ਅਤੇ ਦੋਨਾਂ ਦੀ ਹਾਈਟ ਵਿਡਥ ਜਿਹੜੀ ਉਹ ਸੇਮ ਦਿੱਤੀ ਹੈਗੀ 48, ਠੀਕ ਹੈ। ਔਰ ਜੇਕਰ ਤੁਸੀਂ ਹੁਣ ਦੇਖੋ ਇਹਦੇ ਵਿੱਚ ਕੀ ਹੈਗਾ, ਨੈਕਸਟ ਵਿੱਚ ਤੁਸੀਂ ਬੈਕਗਰਾਊਂਡ ਕਲਰ ਜਾਂ ਟੈਕਸਟ ਕਲਰ ਚੇਂਜ ਕਰਨਾ ਹੈਗਾ, ਅਤੇ ਉਹ ਤੁਸੀਂ ਕਿਵੇਂ ਕਰਦੇ ਜੇ, ਠੀਕ ਹੈ। ਹੁਣ ਦੇਖੋ ਬੋਡੀ ਬੈਕਗਰਾਊਂਡ ਤੁਸੀਂ ਕੀ ਹੈਗਾ, ਬੈਕਗਰਾਊਂਡ ਜਿਹੜੀ ਹੈਗੀ ਉਹਨੂੰ ਡਿਸਪਲੇ ਕਰਵਾ ਦਿੱਤਾ, ਠੀਕ ਹੈ। ਔਰ ਦੈਨ ਤੁਸੀਂ ਟੈਕਸਟ ਕਿਹੜਾ ਦਿੱਤਾ ਹੈਗਾ, ਵਾਈਟ, ਉੱਪਰ ਟੈਕਸਟ ਕਿਹੜਾ ਹੁੰਦਾ ਪਿਆ, ਵਾਈਟ ਪ੍ਰਿੰਟ ਹੁੰਦਾ ਪਿਆ, ਠੀਕ ਹੈ। ਔਰ ਜਿਵੇਂ ਦੀ ਤੁਸੀਂ ਇਮੇਜ ਬੈਕ ਸਾਈਡ 'ਤੇ ਪ੍ਰਿੰਟ ਕੀਤੀ ਉਹਦੇ ਉੱਪਰ ਟੈਕਸਟ ਵੀ ਜਿਹੜਾ ਹੈਗਾ ਤੁਸੀਂ ਪ੍ਰਿੰਟ ਕਰ ਸਕਦੇ ਜੇ, ਠੀਕ ਹੈ। ਔਰ ਕੋਡ ਆਫ ਰਿਜ਼ਲਟ ਆਫ ਦਾ ਇਮੇਜ ਤੁਸੀਂ ਇਹਦੇ ਅਕੋਰਡਿੰਗ ਜਿਵੇਂ ਕੋਡਿੰਗ ਕਰਦੇ ਜੇ, ਠੀਕ ਹੈ। ਇਮੇਜ ਡਿਸਪਲੇ ਕੀਤੀ, ਸੋਰਸ ਲਗਾਇਆ, ਠੀਕ ਹੈ। ਬਾਟਮ ਦੇ ਵਿੱਚ ਇਮੇਜ ਜਿਹੜੀ ਹੈਗੀ ਸੈਕਿੰਡ ਵਾਲੀ, ਠੀਕ ਹੈ, ਦੀ ਅਲਾਈਨਮੈਂਟ ਦਿੱਤੀ ਹੈ ਮਿਡਲ, ਠੀਕ ਹੈ। ਔਰ ਇਵੇਂ ਇਹਦੇ ਅਕੋਰਡਿੰਗ ਟੌਪ 'ਤੇ ਇਮੇਜ ਨੂੰ ਡਿਸਪਲੇ ਕਰਵਾਉਣਾ, ਰਾਈਟ 'ਤੇ ਇਮੇਜ ਨੂੰ ਡਿਸਪਲੇ ਕਰਵਾਉਣਾ, ਦੀ ਹਾਈਟ ਵਿਡਥ ਵਗੈਰਾ ਦੇ ਦੇਣੀ ਹੈਗੀ, ਠੀਕ ਹੈ। ਔਰ ਇਮੇਜ ਦਾ ਪ੍ਰੋਪਰ ਸੋਰਸ ਦੇ ਕੇ ਤੁਸੀਂ ਹਾਈਟ ਵਿਡਥ ਐਂਡ ਇਮੇਜ ਨੂੰ ਤੁਸੀਂ ਸੈਂਟਰ 'ਚ ਪ੍ਰਿੰਟ ਕਰਵਾਉਣਾ, ਟੌਪ 'ਚ ਪ੍ਰਿੰਟ ਕਰਵਾਉਣਾ, ਰਾਈਟ 'ਚ ਪ੍ਰਿੰਟ ਕਰਵਾਉਣਾ, ਔਰ ਕਿਵੇਂ ਦਾ ਤੁਸੀਂ ਉਹਦੇ ਉੱਤੇ ਕੋਈ ਟੈਕਸਟ ਲਿਖਣਾ ਹੈਗਾ, ਠੀਕ ਹੈ। ਤੁਸੀਂ ਸਾਰਾ ਜਿਹੜਾ ਹੈਗਾ ਵਾ ਇਵੇਂ ਇਹਦੇ ਵਿੱਚ ਡਿਸਪਲੇ ਕਰਵਾ ਸਕਦੇ ਜੀ, ਠੀਕ ਹੈ। ਐਂਡ ਨੈਕਸਟ ਹੈਗਾ ਸਾਡੇ ਕੋਲ ਕੋਡ ਐਂਡ ਰਿਜ਼ਲਟ ਆਫ ਦਾ ਇਮੇਜ, ਠੀਕ ਹੈ। ਹੁਣ ਦੇਖੋ ਜਿਵੇਂ ਤੁਸੀਂ ਕੋਡਿੰਗ ਕਰਦੇ ਜੀ ਉਵੇਂ ਕੀ ਹੈਗਾ ਉਹਦੀ ਰਿਜ਼ਲਟ ਆਉਂਦਾ ਪਿਆ ਹੈਗਾ, ਠੀਕ ਹੈ। ਦੈਨ ਤੁਸੀਂ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਬਹੁਤ ਧਿਆਨ ਦੇ ਨਾਲ ਕੋਡਿੰਗ ਨੂੰ ਦੇਖਣਾ ਹੈਗਾ, ਉਹਦੇ ਅਕੋਰਡਿੰਗ ਸਾਨੂੰ ਰਿਜ਼ਲਟ ਜਿਹੜਾ ਉਹ ਮਿਲਦਾ ਪਿਆ। ਜਿਵੇਂ ਉਹਦੀ ਹਾਈਟ ਅਸੀਂ ਵਿਡਥ ਇਨਕਰੀਜ਼ ਕਰਦੇ ਪਏ, ਤਿਵੇਂ ਜਿਹੜੀ ਇਮੇਜ ਚੌੜਾਈ ਦੇ ਵਿੱਚ ਜਿਹੜੀ ਉਹ ਪ੍ਰਿੰਟ ਹੁੰਦੀ ਪਈ ਹੈਗੀ ਹੈ, ਠੀਕ ਹੈ। ਔਰ ਨੈਕਸਟ HTML ਟੇਬਲ ਟੈਗ, ਹੁਣ ਦੇਖੋ ਅਸੀਂ ਕਿ HTML ਦੇ ਵਿੱਚ ਇੱਕ ਟੇਬਲ ਵੀ ਕ੍ਰੀਏਟ ਕਰ ਸਕਦੇ ਹਾਂ, ਠੀਕ ਹੈ। ਕਿ ਟੇਬਲ ਟੈਗ ਯੂਜ਼ ਕਰਦੇ ਅਸੀਂ, ਹੁਣ ਦੇਖੋ ਟੇਬਲ ਯੂਜ਼ ਟੂ ਟੇਬਲ ਟੈਗ, ਠੀਕ ਹੈ। ਔਰ ਰੋ ਦੇ ਲਈ ਅਸੀਂ ਇੱਕ ਟੈਗ ਯੂਜ਼ ਕਰਦੇ ਉਹਨੂੰ TR ਬੋਲਦੇ ਹੈਗੇ ਆ, ਕਾਲਮ ਦੇ ਲਈ ਅਸੀਂ ਜੋ ਸੈੱਲ ਜਿਹੜੇ ਹੈਗੇ ਆ ਵਿੱਚ ਜਿਹਨਾਂ ਵਿੱਚ ਅਸੀਂ ਡਾਟਾ ਲਿਖਦੇ ਹਾਂ ਉਹਨਾਂ ਨੂੰ TD, ਠੀਕ ਹੈ। ਔਰ ਹੈਡਿੰਗ ਵਾਸਤੇ ਅਸੀਂ TH ਯੂਜ਼ ਕਰਦੇ ਹਾਂ, ਕੈਪਸ਼ਨ ਮੇਨ ਜੋ ਹੈਡਿੰਗ ਹੁੰਦਾ ਹੈ, ਠੀਕ ਹੈ। ਔਰ ਕਾਲ ਗਰੁੱਪ, ਠੀਕ ਹੈ, ਇੱਕ ਗਰੁੱਪ ਵਾਸਤੇ ਤੁਸੀਂ ਕਾਲ ਜਿਹੜਾ ਹੈਗਾ ਉਹ ਯੂਜ਼ ਕਰ ਸਕਦੇ ਜੇ। ਐਂਡ ਡਿਫਾਈਨ ਆ ਟੇਬਲ ਹੈਡ, ਠੀਕ ਹੈ। ਔਰ ਡਿਫਾਈਨ ਟੇਬਲ ਬੋਡੀ, ਠੀਕ ਹੈ। ਡਿਫਾਈਨ ਟੇਬਲ ਫੂਟਰ, ਠੀਕ ਹੈ। ਔਰ ਸੈੱਲ ਸਪੇਸਿੰਗ, ਦੋ ਸੈੱਲ ਦੇ ਵਿੱਚ ਤੁਹਾਨੂੰ ਸਪੇਸ ਚਾਹੀਦੀ ਹੈਗੀ ਹੈ, ਜਿਵੇਂ ਇੱਕ ਸੈੱਲ ਇੱਥੇ ਪ੍ਰਿੰਟ ਹੋਏ, ਇੱਕ ਸੈੱਲ ਇੱਥੇ ਪ੍ਰਿੰਟ ਹੋਏ, ਠੀਕ ਹੈ। ਥੋੜ੍ਹੀ ਸਪੇਸ ਜਿਹੜੀ ਉਹ ਸੈਂਟਰ ਵਿੱਚ ਹੋਏ, ਠੀਕ ਹੈ। ਉਹਨੂੰ ਸੈੱਲ ਸਪੇਸਿੰਗ ਔਰ ਸੈੱਲ ਪੈਡਿੰਗ, ਠੀਕ ਹੈ। ਉਹਦੇ ਵਿੱਚ ਕੀ ਹੁੰਦਾ ਕਿ ਸੈੱਲ ਪੈਡਿੰਗ ਮਤਲਬ ਕਿ ਵੇਖੋ ਇਹਦੇ ਵਿੱਚ ਸਪੇਸ ਅਰਾਊਂਡ ਦਾ ਐਜ ਆਫ ਈਚ ਸੈੱਲ, ਮਤਲਬ ਹਰ ਜਿਹੜਾ ਸੈੱਲ ਹੈਗਾ ਉਹਦੇ ਵਿੱਚ ਜਿਹੜੀ ਉਹਦੇ ਅਰਾਊਂਡ 'ਤੇ ਜਿਹੜੀ ਉਹ ਸਪੇਸ ਹੋਣੀ ਚਾਹੀਦੀ, ਕਿੰਨੀ ਸਪੇਸ ਹੋਣੀ ਚਾਹੀਦੀ ਹੈਗੀ ਹੈ, ਠੀਕ ਹੈ। ਐਂਡ ਰੋ ਸਪੈਨ, ਨੋ ਵਨ ਰੋ ਵਰਕਿੰਗ ਵਿਦ ਸਪੈਨ, ਮਤਲਬ ਜੋ ਤੁਸੀਂ ਰੋ ਕ੍ਰੀਏਟ ਕਰਦੇ ਜੀ ਉਹਦੇ ਵਿੱਚ ਕਈ ਰੋ ਦੇ ਵਿੱਚ ਕੀ ਹੁੰਦਾ ਹੈ ਕਿ ਇਸ ਤਰ੍ਹਾਂ ਜਿੱਦਾਂ ਤੁਸੀਂ ਟੇਬਲ ਕ੍ਰੀਏਟ ਕੀਤਾ, ਠੀਕ ਹੈ। ਹੁਣ ਦੇਖੋ ਤੁਸੀਂ ਆਹ ਵਾਲੀ ਜਿਵੇਂ ਰੋ ਹੈਗੀ ਹੈ ਇਹਨੂੰ ਕੀ ਕਰਨਾ ਚਾਹੁੰਦੇ, ਵਿੱਚੋਂ ਕੱਟ ਦੇਣਾ ਚਾਹੁੰਦੇ ਆ ਚੀਜ਼ ਨੂੰ, ਪੂਰੀ ਰੋ ਨੂੰ ਇੱਕ ਰੋ ਰਹਿ ਦੇਣਾ ਚਾਹੁੰਦੇ ਜੇ, ਠੀਕ ਹੈ। ਉਹਨੂੰ ਬੋਲਦੇ ਰੋ ਸਪੈਨ। ਔਰ ਬਾਰਡਰ ਤੁਸੀਂ ਪੂਰਾ ਇੱਕ ਟੇਬਲ ਦੇ ਉੱਤੇ ਕੋਈ ਬਾਰਡਰ ਲਗਾਉਣਾ, ਇਹ ਸਾਰੇ ਟੇਬਲ ਸਾਡੇ ਕਿਹਦੇ ਅਕੋਰਡਿੰਗ ਹੈਗੇ ਆ, ਇੱਕ ਟੇਬਲ ਕ੍ਰੀਏਟ ਕਰਨ ਵਾਸਤੇ ਅਸੀਂ ਯੂਜ਼ ਕਰਦੇ ਹੈਗੇ ਆ, ਠੀਕ ਹੈ।
ਹੁਣ ਦੇਖੋ ਇੱਕ ਟੇਬਲ ਕ੍ਰੀਏਟ ਕਰਨ ਵਾਸਤੇ ਅਸੀਂ ਜਿਵੇਂ ਦੇਖੋ ਯੂਜ਼ ਕੀਤਾ ਟੇਬਲ ਵਿਦਆਊਟ, ਮਤਲਬ ਵਿਦਆਊਟ ਟੇਬਲ ਅਸੀਂ ਜੇਕਰ ਕੋਈ ਡਾਟਾ ਪ੍ਰਿੰਟ ਕਰਵਾਉਣਾ ਚਾਹੁੰਦੇ ਹਾਂ, ਠੀਕ ਹੈ। ਹੁਣ ਟੇਬਲ ਦੇ ਵਿੱਚ ਫਸਟ ਰੋ ਲਈ TD ਮਿਲਕ ਆਏਗਾ, ਠੀਕ ਹੈ। ਔਰ ਸੈਕਿੰਡ ਦੇ ਵਿੱਚ ਫਿਰ ਅਸੀਂ ਟੇਬਲ ਡਾਟਾ ਉਹਦੇ ਵਿੱਚ ਇੱਕ ਰੋ ਦੇ ਵਿੱਚ ਅਸੀਂ ਫਸਟ ਵਾਲੀ ਦੇ ਵਿੱਚ ਟੇਬਲ ਡਾਟਾ ਅਸੀਂ ਕਿੰਨੇ ਟਾਈਮ 2 ਟਾਈਮ ਯੂਜ਼ ਕੀਤਾ ਹੈਗਾ, ਫਸਟ ਟੀ ਐਂਡ ਕੌਫੀ ਪ੍ਰਿੰਟ ਹੁੰਦਾ ਪਿਆ, ਠੀਕ ਹੈ। ਔਰ ਨੈਕਸਟ ਫਿਰ ਅਸੀਂ ਸੈਕਿੰਡ ਰੋ ਸਟਾਰਟ ਕੀਤੀ, ਸੈਕਿੰਡ ਰੋ ਦੇ ਵਿੱਚ ਕੀ ਹੈਗਾ, ਫਸਟ ਦੇ ਵਿੱਚ ਜੋ ਡਾਟਾ ਹੈਗਾ ਉਹ 40 ਹੋਏ, ਸੈਕਿੰਡ ਕਾਲਮ ਦੇ ਵਿੱਚ ਕਿੰਨਾ ਆ ਗਿਆ ਫਿਰ 500, ਥਰਡ ਦੇ ਵਿੱਚ 600, ਠੀਕ ਹੈ। ਇਸ ਤਰ੍ਹਾਂ ਜਿਹੜਾ ਹੈਗਾ ਸਾਰਾ ਡਾਟਾ ਵਿਦਆਊਟ ਟੇਬਲ ਜਿਹੜਾ ਉਹ ਪ੍ਰਿੰਟ ਹੋਏਗਾ, ਠੀਕ ਹੈ। ਔਰ ਤੁਸੀਂ ਟੇਬਲ ਦੇ ਵਿੱਚ ਪ੍ਰਿੰਟ ਕਰਵਾਉਣਾ ਚਾਹੁੰਦੇ ਜੀ, ਤੇ ਉਹਦੇ ਲਈ ਤੁਸੀਂ ਕੀ ਦਿਓਗੇ, ਟੇਬਲ ਬਾਰਡਰ, ਠੀਕ ਹੈ। ਉਹਦੇ ਲਈ ਤੁਸੀਂ ਕੀ ਦੇਣਾ, ਟੇਬਲ ਬਾਰਡਰ ਦਿਓਗੇ, ਉਹਦੇ ਅਕੋਰਡਿੰਗ ਟੇਬਲ ਦਾ ਬਾਰਡਰ ਆਏਗਾ, ਠੀਕ ਹੈ। ਔਰ ਇਹਦੇ ਵਿੱਚ ਕੀ ਹੈਗਾ, ਫਸਟ ਕੀ ਹੈਗਾ, ਜਿਸ ਤਰ੍ਹਾਂ TH ਟੇਬਲ ਹੈਡਿੰਗ ਯੂਜ਼ ਕੀਤਾ, ਫਸਟ ਹੈਡਿੰਗ ਸਾਡਾ ਕੀ ਹੋਣਾ ਚਾਹੀਦਾ, ਨੇਮ, ਐਂਡ ਸੈਕਿੰਡ ਹੈਡਿੰਗ ਕੀ ਹੋਣਾ ਚਾਹੀਦਾ, ਲੋਨ ਨੰਬਰ, ਥਰਡ ਕੀ ਹੋਣਾ ਚਾਹੀਦਾ, ਅਮਾਊਂਟ, ਠੀਕ ਹੈ। ਦੈਨ ਤੁਸੀਂ TR ਸੈਕਿੰਡ ਵਾਲਾ ਹੁਣ ਦੇਖੋ ਇਹਦੇ ਵਿੱਚ ਜਿਵੇਂ ਫਸਟ ਨੇਮ, ਲੋਨ ਨੰਬਰ, ਅਮਾਊਂਟ, ਠੀਕ ਹੈ। ਹੁਣ ਅਸੀਂ ਸੈਕਿੰਡ ਰੋ ਸਟਾਰਟ ਕਰਾਂਗੇ, ਉਹਦੇ ਵਿੱਚ ਫਸਟ ਦੇ ਵਿੱਚ ਠੀਕ ਹੈ, ਫਸਟ ਦੇ ਵਿੱਚ ਕੀ ਹੈ L-1 5000, ਠੀਕ ਹੈ। ਉਹਦੇ ਅਕੋਰਡਿੰਗ ਵੇਖੋ ਨੀਚੇ ਜਿਹੜਾ ਕਾਲਮ ਦੇ ਵਿੱਚ ਡਾਟਾ ਪ੍ਰਿੰਟ ਹੁੰਦਾ ਪਿਆ, TR ਅਸੀਂ ਟੇਬਲ ਰੋ ਵਾਸਤੇ ਯੂਜ਼ ਕਰਦੇ ਗਏ ਹਾਂ, ਐਂਡ ਜੋ TD ਹੈਗਾ ਵਾ ਉਹ ਜੋ ਵਿੱਚ ਡਾਟਾ ਹੈਗਾ ਉਹਦੇ ਵਾਸਤੇ ਅਸੀਂ ਯੂਜ਼ ਕਰਦੇ ਗਏ ਹਾਂ, ਠੀਕ ਹੈ। ਔਰ ਜੋ ਉਹਨੇ ਕੀ ਕਿਹਾ ਹੈਗਾ, ਨੈਕਸਟ H4 ਹੈਡਿੰਗ ਯੂਜ਼ ਕੀਤਾ ਹੈਗਾ, H4, ਔਰ ਵਰਟੀਕਲ ਹੈਡਰ ਹੋਣਾ ਚਾਹੀਦਾ ਹੈਗਾ, ਠੀਕ ਹੈ। ਔਰ ਉਹਦੇ ਵਿੱਚ ਟੇਬਲ ਦਾ ਬਾਰਡਰ ਜਿਹੜਾ ਉਹ 5 ਹੋਣਾ ਚਾਹੀਦਾ, 5 ਇੰਚ ਦਾ ਹੋਣਾ ਚਾਹੀਦਾ ਹੈਗਾ, ਠੀਕ ਹੈ। ਫਸਟ ਕੀ ਲਿਆ, ਨੇਮ, ਸੈਕਿੰਡ ਕੀ ਲਿਆ, ਜੌਨਸ, ਠੀਕ ਹੈ। ਔਰ ਨੈਕਸਟ ਕੀ ਲਿਆ, ਫਿਰ ਇੱਕ ਸੈਕਿੰਡ ਲਈ ਉਹਦੇ ਵਿੱਚ ਕੀ ਹੈਗਾ, ਉਹਦੇ ਵਿੱਚ ਲੋਨ ਨੰਬਰ ਜਿਹੜਾ ਹੈਗਾ ਉਹ ਕਿੰਨਾ ਹੋਣਾ ਚਾਹੀਦਾ ਹੈਗਾ ਵਾ, L-1, ਐਂਡ ਅਮਾਊਂਟ ਕਿੰਨਾ ਹੋਣਾ ਚਾਹੀਦਾ, 5000, ਠੀਕ ਹੈ। ਇਹਦੇ ਅਕੋਰਡਿੰਗ ਕੋਡਿੰਗ ਕਰਨੀ ਹੈਗੀ ਹੈ, ਤੁਹਾਡਾ ਜਿਹੜਾ ਜੋ ਤੁਸੀਂ ਸੇਵ ਕਰਕੇ ਵੈਬ ਬਰਾਊਜ਼ਰ 'ਤੇ ਡਿਸਪਲੇ ਕਰੋਗੇ ਤੇ ਤੁਹਾਨੂੰ ਜਿਹੜਾ ਹੈਗਾ ਉਹ ਐਵੇਂ ਦਾ ਰਿਜ਼ਲਟ ਮਿਲੇਗਾ, ਠੀਕ ਹੈ। ਔਰ ਨੈਕਸਟ ਟੇਬਲ ਕੋਡ ਵਿਦ ਕਾਲ ਸਪੈਨ ਐਂਡ ਰੋ ਸਪੈਨ, ਠੀਕ ਹੈ। ਕਾਲ ਸਪੈਨ ਦੇ ਵਿੱਚ ਕੀ ਹੈਗਾ, ਮੈਂ ਤੁਹਾਨੂੰ ਦੱਸਿਆ ਹੈਗਾ ਕਿ ਇੱਕ ਕਾਲਮ ਨੂੰ ਪੂਰਾ ਮਤਲਬ ਜਿਸ ਤਰ੍ਹਾਂ ਵੇਖੋ ਅਸੀਂ ਟੇਬਲ ਕ੍ਰੀਏਟ ਕਰਦੇ ਹੈਗੇ ਹਾਂ, ਠੀਕ ਹੈ। ਹੁਣ ਦੇਖੋ ਇਹਦੇ ਵਿੱਚ ਕੀ ਹੈਗਾ, ਜਿਸ ਤਰ੍ਹਾਂ ਕੀ ਹੈਗਾ, ਸਪੈਨ ਸੈੱਲ ਦੈਟ ਸਪੈਨ 2 ਕਾਲਮ, 2 ਕਾਲਮ ਨੂੰ ਇਕੱਠੇ ਕਰ ਦੇਣਾ, ਠੀਕ ਹੈ। 2 ਰੋ ਨੂੰ ਇਕੱਠੇ ਕਰ ਦੇਣਾ, 2 ਰੋ ਨੂੰ ਇਕੱਠੇ ਕਰ ਦੇਣਾ ਰੋ ਸਪੈਨ, 2 ਕਾਲਮ ਨੂੰ ਇਕੱਠੇ ਕਰ ਦੇਣਾ ਕਾਲ ਸਪੈਨ, ਠੀਕ ਹੈ। ਟੇਬਲ ਬਾਰਡਰ 4, ਠੀਕ ਹੈ। ਹੁਣ ਨੇਮ ਐਂਡ ਕਾਲ ਸਪੈਨ ਕਿਹੜਾ ਹੋਣਾ ਚਾਹੀਦਾ ਹੈਗਾ, ਫਸਟ ਸਾਡੇ ਕੋਲ ਨੇਮ ਆ ਗਿਆ, ਸੈਕਿੰਡ ਉਹਦੇ ਵਿੱਚ ਕੀ ਹੈਗਾ ਕਿ ਟੇਬਲ ਹੈਡਿੰਗ, ਠੀਕ ਹੈ। ਜੋ ਟੇਬਲ ਹੈਡਿੰਗ ਹੈਗਾ ਉਹਦੇ ਜਿਹੜਾ ਕਾਲਮ ਆ ਉਹ ਸਪੈਨ ਹੋ ਜਾਣਾ ਚਾਹੀਦਾ ਹੈ, ਜਿਵੇਂ ਵੇਖੋ L-1, L-2 2 ਕਾਲਮ ਬਣੇ ਆ, ਬਟ ਲੋਨ ਨੰਬਰ ਜਿਹੜਾ ਹੈਗਾ ਕਾਲਮ ਸਪੈਨ ਕੀਤਾ ਹੈਗਾ ਸੇਮ ਕਾਲਮ ਦੇ ਵਿੱਚ ਲਿਖਿਆ ਹੈਗਾ, ਠੀਕ ਹੈ। ਐਂਡ ਇਸ ਤਰ੍ਹਾਂ ਹੀ ਨੀਚੇ ਰੋ ਸਪੈਨ ਕੀਤੀ ਹੈਗੀ ਆ, ਜਿਵੇਂ ਵੇਖੋ L-1 ਆ ਨੀਚੇ ਲੱਗ ਆ ਨਾ, ਬਟ ਇੱਥੋਂ ਇੱਕ ਲਾਈਨ ਨੂੰ ਜਿਹੜਾ ਵਾ ਰਿਮੂਵ ਕਰ ਦਿੱਤਾ ਹੈਗਾ, ਬਟ ਆਹ ਚੀਜ਼ ਨੂੰ ਅਸੀਂ ਕੀ ਕਰ ਦਿੱਤਾ ਹੈਗਾ, ਸਪੈਨ ਕਰ ਦਿੱਤਾ, ਇਕੱਠਾ ਕਰ ਦਿੱਤਾ ਹੈਗਾ 2 ਰੋ ਨੂੰ, ਠੀਕ ਹੈ। ਇਹਨੂੰ ਬੋਲਦੇ ਹੈਗੇ ਆ ਰੋ ਸਪੈਨ, ਠੀਕ ਹੈ। ਟੇਬਲ ਕੋਡ ਵਿਦ ਕੈਪਸ਼ਨ ਐਂਡ ਕਾਲ ਸਪੈਨ, ਠੀਕ ਹੈ। ਹੁਣ ਦੇਖੋ ਕੈਪਸ਼ਨ ਕੀ ਹੁੰਦਾ, ਮੇਨ ਸਾਡਾ ਹੈਡਿੰਗ, ਠੀਕ ਹੈ। ਹੁਣ ਦੇਖੋ ਕੀ ਹੈਗਾ ਸਾਡੀ ਕੈਪਸ਼ਨ, ਠੀਕ ਹੈ। ਔਰ ਇਹਦੇ ਵਿੱਚ ਅਸੀਂ ਕੀ ਕੀਤਾ ਹੈਗਾ, ਮਿਲਕ ਔਰ ਟੀ 2 ਮਤਲਬ ਕਾਲਮ ਕ੍ਰੀਏਟ ਕੀਤੇ ਹੈਗੇ ਆ। ਦੈਨ ਜਿਹੜੀ ਰੋ ਹੈਗੀ ਉਹਦੇ ਵਿੱਚ ਕੀ ਹੈਗਾ, ਐਂਡ TD ਕੌਫੀ, ਜਸਟ ਅਸੀਂ ਇੱਕ ਹੀ ਜਿਹੜਾ ਕਾਲਮ ਆ ਉਹਨੂੰ ਚੀਜ਼ ਨੂੰ ਵਿੱਚ ਸਟੋਰ ਕੀਤਾ ਹੈਗਾ, ਇਹਨੂੰ ਕੀ ਕੀਤਾ ਹੈ, ਬਲੈਂਕ ਡਾਟਾ ਹੈਗਾ, ਇਹਦੇ ਵਿੱਚ ਅਸੀਂ ਕੋਈ ਵੀ ਡਾਟਾ ਫਿਲ ਨਹੀਂ ਕੀਤਾ ਹੈਗਾ, ਠੀਕ ਹੈ। ਥੈਂਕ ਯੂ ਸਟੂਡੈਂਟ।